ਸਾਂਝਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਸਾਂਝ ਨੂੰ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜਿੱਥੇ ਸਾਂਝਾ ਪੰਜਾਬ ਦੀ IPTV ਦੇਖਦੇ ਹੋ ਉਸ ਨਾਲ ਵਿਜਨ ਟੀਵੀ ਦੇ ਉੱਤੇ ਤੁਹਾਡੇ ਅਸੀਂ ਹਰੇਕ ਸੈਟਰਡੇ ਸ਼ਾਮ ਨੂੰ 8 ਤੋਂ ਲੈ ਕੇ 8:30 ਵਜੇ ਤੱਕ ਪੇਸ਼ ਕਰਦੇ ਹਾਂ। ਹੁਣ ਇਹ ਦਿਨਾਂ ਵਿੱਚ 1 ਘੰਟੇ ਦਾ ਸ਼ੋਅ ਤੁਸੀਂ ਦੇਖਿਆ ਕਰੋਗੇ। ਰੇਡੀਓ 1400 AM ਤੇ ਤੁਸੀਂ ਸੁਣਦੇ ਹੋ ਸੈਟਰਡੇ 10 ਤੋਂ 11, ਸੰਡੇ ਨੂੰ 10 ਤੋਂ 12 1400 PM ਤੇ ਸੁਣਦੇ ਹੋ। ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਐਨੀ ਟਾਈਮ ਕੰਟੈਕਟ ਕਰ ਸਕਦੇ 416419 7777 ਤੇ ਸਾਂਝਾ ਪੰਜਾਬ ਦੇ ਉੱਤੇ ਵੱਖਰੇ ਵੱਖਰੇ ਹੋਸਟ ਗੈਸਟ ਸਾਡੇ ਨਾਲ ਜਿੱਥੇ ਆਉਂਦੇ ਨੇ। ਤੇ ਅੱਜ ਪ੍ਰਭਜੋਤ ਕੌਰ ਇੱਕ ਬਹੁਤ ਵਧੀਆ ਵਕੀਲ ਨੇ ਜਿਨ੍ਹਾਂ ਦਾ ਆਫਿਸ ਬ੍ਰਾਂਪਟਨ ਦੇ ਵਿੱਚ ਹੈ। ਕੁਝ ਗੱਲਬਾਤ ਅਸੀਂ ਇਹਨਾਂ ਨਾਲ ਕਰਾਂਗੇ। ਪ੍ਰਭਜੋਤ ਜੀ ਸਭ ਤੋਂ ਪਹਿਲਾਂ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਐਂਡ ਥੈਂਕ ਯੂ ਸੋ ਮਚ ਫॉर calling me on the Vision TV. I'm really like I really have got lots of respect for our Punjabi media and thank you for having me here. ਤੇ ਤੁਹਾਡੀ ਜਿਹੜਾ ਆਫਿਸ ਹੈ ਬ੍ਰਾਂਪਟਨ ਚ ਕਿੱਥੇ ਹੈ? ਮੇਰਾ ਐਬੀਨੀਜ਼ਰ ਰੋਡ ਤੇ ਹੈਗਾ 4515 ਐਬੀਨੀਜ਼ਰ ਯੂਨਿਟ। ਹਾਂਜੀ ਹਾਂਜੀ ਬਿਲਕੁਲ ਜੀ। ਹੁਣ ਜੇ ਆਪਾਂ ਗੱਲਬਾਤ ਕਰਾਂਗੇ ਕਿ ਕਮਿਊਨਿਟੀ ਕੁਝ ਗੱਲਾਂ ਲਈ ਬੜੀ ਚਿੰਤਤ ਹੈ। ਆਂਢ ਗੁਆਂਢ ਦੇ ਵਿੱਚ ਜਦੋਂ ਕੁਝ ਹੁੰਦਾ ਹੈ, ਸਪੈਸ਼ਲੀ ਆਪਾਂ ਬ੍ਰਾਂਪਟਨ ਚ ਰਹਿੰਦੇ ਹਾਂ, ਕ੍ਰਾਈਮ ਤਾਂ ਹਰ ਜਗ੍ਹਾ ਵੈਸੇ, ਹਾਂਜੀ, ਜੇ ਸ਼ਹਿਰ ਦੇ ਵਿੱਚ ਆਪਾਂ ਰਹਿੰਦੇ ਹੋ ਜਦੋਂ ਉੱਥੇ ਕਿਤੇ ਕ੍ਰਾਈਮ ਵਾਪਰਦਾ, ਹਾਂਜੀ, ਤੁਹਾਡੇ ਘਰ ਦੇ ਨਾਲ ਘਰ ਦੇ ਵਿੱਚ ਕੋਈ ਬੰਦਾ ਗੋਲੀਆਂ ਚਲਾ ਕੇ ਕਿਸੇ ਔਰਤ ਨੂੰ ਗੋਲੀਆਂ ਮਾਰ ਕੇ ਚਲ ਜਾਏ, ਜਾਂ ਕਿਸੇ ਬੱਚਾ ਕੋਈ ਵਾਕ ਕਰਕੇ ਗੁਰਦੁਆਰਾ ਸਾਹਿਬ ਤੋਂ ਘਰ ਨੂੰ ਜਾ ਰਿਹਾ ਉਸ ਦਾ ਕਤਲ ਹੋ ਜਾਏ, ਇਹੋ ਜਿਹੀਆਂ ਜਦੋਂ ਕੋਈ ਵਾਪਰਦੀਆਂ ਇਸ ਦਾ ਤੁਹਾਡਾ ਨਜ਼ਰੀਆ ਕੀ ਕਹਿੰਦਾ ਕਿ ਵਾਈ ਦਿਸ ਹੈਪਨਸ? ਸੀ ਜਿਹੜੀ ਗਨ ਪ੍ਰੋਬਲਮ ਹੈਗੀ ਔਰ ਜਿਹੜੀ ਕ੍ਰਾਈਮ ਪ੍ਰੋਬਲਮ ਹੈ, ਇਟਸ ਨਾਟ ਰਿਲੇਟਡ ਟੂ ਐਨੀਥਿੰਗ, ਲਾਈਕ ਇਟਸ ਆਲਵੇਜ਼ ਦੇਅਰ। ਲਾਈਕ ਜਿਵੇਂ ਜਿਵੇਂ ਡਰੱਗ ਮਾਫੀਆ ਜਾਂ ਗੈਂਗਸ ਵੱਧਦੇ ਹੈਗੇ ਤੇ ਗਨਸ ਤਾਂ ਇਟਸ ਵੈਰੀ ਕਾਮਨ ਰਹੇ। ਇਹ ਕੁਝ ਵਾਪਰੇ ਜਿਹੜੇ ਪਿੱਛੇ ਹੋਏ ਹੈ, ਜਿਹੜੇ ਇੰਸਟੈਂਸ ਹੋਏ ਹੈਗੇ ਜਿਹੜੇ ਉਹ ਲੇਡੀ ਨੂੰ ਮਾਰ ਗਏ ਜਾਂ ਬੱਚੇ ਨੂੰ ਮਾਰ ਗਏ। ਹੁਣ 16 ਇਅਰਸ ਦਾ ਬੱਚਾ ਇੱਕ 22 ਸਾਲ ਦੇ ਬੱਚੇ ਨੂੰ ਮਾਰ ਕੇ ਜਾ ਰਿਹਾ ਹੈ। ਇਟਸ ਵੈਰੀ ਸੈਡ। ਉਹ ਕੱਲਾ ਬੱਚਾ ਸੀਗਾ ਆਪਣੇ ਮਾਪਿਆਂ ਦਾ, ਐਂਡ ਉਹਨਾਂ ਦੇ ਮਾਪਿਆਂ ਦੀ ਮੈਂ ਬੜੀ ਦਰਦਨਾਕ ਇੰਟਰਵਿਊ ਦੇਖੀ ਹੈ TV ਤੇ। ਪੜ੍ਹਨ ਵਾਸਤੇ ਆਇਆ, ਕੋਈ ਉਹਦਾ ਲੈਣਾ ਦੇਣਾ ਨਹੀਂ। ਇਟ ਵਾਸ ਮਤਲਬ ਹਲੇ ਇਹਨਾਂ ਐਗਜ਼ੈਕਟਲੀ ਤੇ ਨਹੀਂ ਆਇਆ ਕਿ ਕੀ ਸਿਚੁਏਸ਼ਨ ਸੀਗੀ, ਬਟ ਜੋ ਨਿਊਜ਼ ਵਿੱਚ ਆ ਰਿਹਾ ਉਹ ਇਹ ਹੈ ਕਿ ਇਟ ਵਾਸ ਡਿਊ ਟੂ ਮਨੀ। ਤੇ ਮਨੀ ਸਿਚੁਏਸ਼ਨ ਜਦੋਂ ਆਉਂਦੀ ਹੈ ਔਰ 16 ਸਾਲ ਦਾ ਬੱਚਾ ਚਾਕੂ ਨਾਲ ਕਿਸੇ ਨੂੰ ਮਾਰਦਾ ਹੈਗਾ ਮਨੀ ਵਾਸਤੇ, ਤੇ ਉਹਦੇ ਦੋ ਹੀ ਕਾਰਨ ਹੁੰਦੇ ਹੈਗੇ। ਜਾਂ ਤਾਂ ਇੱਕ ਹੈਗਾ ਕਿ ਉਹਦੇ ਘਰ ਵਿੱਚ ਮਨੀ ਦੀ ਪ੍ਰੋਬਲਮ ਹੈ, ਉਹਨੂੰ ਰੋਟੀ ਨਹੀਂ ਮਿਲ ਰਹੀ, ਐਂਡ COVID-19 ਦੀ ਵਜ੍ਹਾ ਕਰਕੇ ਤੁਹਾਨੂੰ ਪਤਾ ਹੈ ਕਿ ਇਹ ਬਿਲਕੁਲ ਨਿਊ ਸਿਚੁਏਸ਼ਨ ਹੈ। ਬਹੁਤ ਸਾਰੇ ਜੌਬਲੈਸ ਬੈਠੇ ਹੋਏ ਹੈਗੇ, ਬਹੁਤ ਸਾਰਾ ਮੈਂਟਲ ਡਿਪਰੈਸ਼ਨ ਤੋਂ ਲੋਕ ਜਾ ਰਹੇ ਹੈਗੇ। ਇੱਕ ਇਹ ਰੀਜ਼ਨ ਹੋ ਸਕਦਾ, ਦੂਸਰਾ ਇਹ ਹੋ ਸਕਦਾ ਕਿ ਡਰੱਗ, you need money for the drug, and that's the only reason that COVID-19 ਕਰਕੇ ਕ੍ਰਾਈਮ ਦਾ ਜਿਹੜਾ ਨਜ਼ਰੀਆ ਉਹ ਥੋੜਾ ਡਿਫਰੈਂਟ ਹੋ ਗਿਆ। ਅੱਗੇ ਤਾਂ ਹੁੰਦਾ ਸੀਗਾ ਕਿ ਅੱਗੇ ਤਾਂ ਡਿਫਰੈਂਟ ਵੇ ਨਾਲ, ਅੱਗੇ ਬਹੁਤ ਸਾਰੇ ਗਨਸ ਨਾਲ ਕਤਲ ਹੁੰਦੇ ਸੀਗੇ, ਲਾਈਕ ਡਿਫਰੈਂਟ ਹੋ ਜਾਂਦਾ ਸੀਗਾ, ਲਾਈਕ ਯੂ ਆਰ ਓਪਨਲੀ ਯੂ ਕੈਨ ਗੋ ਐਂਡ ਡੂ ਦ ਕ੍ਰਾਈਮ। ਹੁਣ ਥੋੜਾ ਡਿਫਰੈਂਟ, ਹੁਣ ਨੇਬਰਹੁੱਡ ਕ੍ਰਾਈਮ ਹੋ ਗਿਆ, ਡੋਮੈਸਟਿਕ ਵਾਇਲੈਂਸ ਹੋ ਗਿਆ। ਆਈ ਮੀਨ ਟੂ ਸੇ ਹਲੇ ਵੀ ਕ੍ਰਾਈਮ ਘਟਿਆ ਤੇ ਨਹੀਂ, ਮੈਂ ਇਹ ਕਹਿ ਰਹੀ ਇਹਨਾਂ ਸਾਰੇ ਜਿਹੜੇ ਜਗ੍ਹਾ 'ਤੇ ਕ੍ਰਾਈਮ ਥੋੜ੍ਹਾ ਵੱਧ ਰਿਹਾ, ਜਿਵੇਂ ਡੋਮੈਸਟਿਕ ਵਾਇਲੈਂਸ ਹੈ, ਤੁਹਾਡਾ ਨੇਬਰਹੁੱਡ ਕ੍ਰਾਈਮ ਹੋ ਗਿਆ, ਤੁਹਾਡੀ ਡਰਾਈਵਿੰਗ ਵਿੱਚ ਅੱਜ ਕੱਲ੍ਹ ਕਰ ਰਹੇ ਹੈਗੇ ਦੇਰ ਰੈਸ਼ ਡਰਾਈਵਿੰਗ। ਤੁਸੀਂ ਯੂ ਨੋ ਦੈਟ ਔਨ ਦੈਟ ਡੇ 3 kids and 1 woman was killed by a little. No, and that was a kid too. He's a kid too. He's not 20 years. ਜੇ 20 years 16 years ਦਾ ਰੈਸ਼ ਡਰਾਈਵਿੰਗ ਕਰੇਗਾ ਜਾਂ ਚਾਕੂ ਨਾਲ ਮਾਰੇਗਾ, ਚੋਰੀ ਦੀ ਕਾਰ, ਡਰੰਕ ਡਰਾਈਵਿੰਗ, so this is all what do you something ਇਹ ਵੀ ਹੈ ਕਿ ਉਹ ਵਿਅਕਤੀ ਪਹਿਲਾਂ ਚਾਰਜ ਹੋਇਆ, yeah, 1 week 2 weeks before, yeah, ਤੁਸੀਂ ਉਸ ਵਿਅਕਤੀ ਨੂੰ ਚਾਰਜ ਕਰਕੇ ਉਸ ਨੂੰ ਖੁੱਲਾ ਛੱਡਤਾ। ਇਹ ਕ੍ਰਾਈਮ ਇਹ ਵੀ ਹੈ ਕਿ ਸਾਡਾ ਖੁੱਲਾ, ਨਹੀਂ ਇਹ ਤਾਂ ਦੇਖਣਾ ਪੈਂਦਾ ਹੈਗਾ ਹਿਸਟਰੀ ਕਰਕੇ। ਉਹਨਾਂ ਨੇ ਜੇ ਖੁੱਲ੍ਹਾ ਛੱਡਿਆ ਹੈਗਾ ਤੇ ਜਦੋਂ ਗਵਰਨਮੈਂਟ ਇੰਝ ਛੱਡਦੀ ਹੈਗੀ ਤੇ ਕੋਈ ਰੀਜ਼ਨ ਕਰਕੇ ਇਹ ਨਹੀਂ ਹੋਇਆ, ਉਹਦੀ ਹੁਣ ਕਿਹੋ ਜਿਹੀ ਕ੍ਰਾਈਮ ਹਿਸਟਰੀ ਹੈਗੀ ਉਹ ਵੀ ਉਹਨਾਂ ਨੇ ਦੇਖ ਕੇ, ਚਲੋ ਉਹਨਾਂ ਨੇ ਜੇ ਖੁੱਲ੍ਹਾ ਛੱਡਿਆ ਵੀ ਹੈ ਤੇ ਇਹਦੇ ਵਿੱਚ ਥੋੜ੍ਹੀ ਘਰਦਿਆਂ ਦੀ ਗਲਤੀ ਔਰ ਥੋੜ੍ਹੀ ਤੁਸੀਂ ਕਹਿ ਲਓ ਕਿ ਹਲੇ ਇਹੋ ਜਿਹਾ ਵੀ ਘਰ ਫਿਰ ਤੋਂ ਚੋਰੀ ਚੱਕ ਕੇ ਮਾਰ ਦੇਣੇ। ਔਰ ਮਿਲਟਨ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨ ਸੀ, 28 ਸਾਲ ਦਾ, ਹਾਂਜੀ, ਹੌਸਲਾ ਲਾਸ ਨੰਬਰ ਵਾਲਾ। ਤਾਂ ਉਹ ਕਹਿੰਦੇ ਕਿ ਅੱਜ ਉਹਦੀ ਸਟੇਟਮੈਂਟ ਇਹ ਆਈ ਆ ਜੇਲ੍ਹ ਸੁਪਰਡੈਂਟ ਦੀ ਕਿ ਅਸੀਂ ਉਹਨੂੰ ਗਲਤੀ ਨਹੀਂ ਛੱਡਦੇ,
ਉਹਨੂੰ ਛੱਡਣਾ ਨਹੀਂ। नो फिर ये तो देखो जे गलती नाल छड्डिया या कोई भी है then अपना सिस्टम we need a ਰਿਲੀਜ਼ ਨਹੀਂ ਕਰਨਾ ਸੀ, ਉਹ Yeah. ਸਾਡੇ ਤੋਂ ਕਰ ਹੋਵੇ। या ਵੀ ਇਹ ਜਦੋਂ ਇਹੋ ਜਿਹੀ ਗਲਤੀਆਂ ਆਪਣੇ ਐਕਸਪਰਟਾਈਜ਼ ਤੋਂ ਹੁੰਦੀਆਂ ਨੇ ਜਾਂ ਆਪਣੇ ਡਿਪਾਰਟਮੈਂਟਸ ਤੋਂ ਹੁੰਦੀਆਂ ਨੇ ਤੇ ਪਬਲਿਕ ਨਾਰਮਲ ਜਿਹੜੀ ਜਨਤਾ ਹੈਗੀ ਉਹ ਸਫਰ ਕਰਦੀ ਹੈ ਇਹਦੇ ਵਾਸਤੇ ਫॉर श्योर ਇਹਦੇ ਵਾਸਤੇ ਕਰਦੀ ਹੈ ਵੀ ਨੀਡ ਅ ਬਿਟ strong and tough laws which can curb all these things। ਹੁਣ ਜਿਹੜੀ gun violence is ਹਾਲੇ ਤੱਕ gun ਦਾ ਕੋਈ ਹੈ ਨਹੀਂ ਪ੍ਰੋਪਰ, ਕੋਈ ਵੀ ਲਾਅ ਨਹੀਂ ਹੈ। ਐਂਡ ਤੁਸੀਂ ਦੇਖੋ ਨਾਰਥ ਅਮਰੀਕਾ ਪੂਰੇ ਵਿੱਚ ਇਹ ਪ੍ਰੋਬਲਮ ਹੈ, ਅਮਰੀਕਾ ਵਿੱਚ USA ਵਿੱਚ ਜ਼ਿਆਦਾ ਹੈਗੀ ਬਟ ਕੈਨੇਡਾ ਵਿੱਚ ਘੱਟ ਹੈ। ਬਟ ਤੁਹਾਨੂੰ ਲੱਗਦਾ ਨਹੀਂ ਕੈਨੇਡਾ ਵਿੱਚ ਵੀ ਅੱਗੋਂ ਇਟਸ ਇਨਕਰੀਜ਼ਿੰਗ every day when you take the statistic for past 2 years and this year you compare it and it's increasing। and मैं कल दी न्यूज़ फाइनेंशियल न्यूज़पेपर ਵਿੱਚ ਪੜ੍ਹ ਰਹੀ ਸੀਗੀ ਕਿ COVID-19 ਦੇ ਦੌਰਾਨ we are going ਜਿਹੜੀ ਗਵਰਨਮੈਂਟ ਆਪਣੀ ਹੈਗੀ ਪੂਰੀ ਆਪਣਾ $343 ਬਿਲੀਅਨ ਡੈਫਿਸਿਟ ਹੋਏਗਾ 2020 and 2021 ਵਿੱਚ। ਤੁਸੀਂ ਦੇਖੋ ਕਿੰਨੀਆਂ ਜੌਬਸ, ਕਿੰਨੇ ਬੰਦੇ ਜੌਬਲੈਸ ਹੈ ਔਰ this is a beginning। So this is not going to stop here। This crime, mental depression and violence is going to increase in 2021। It's not going to stop because when you are jobless then of course there will be lots of theft and everything। and even small business has been robbed। like ਜੇ ਬੰਦ ਹੈਗੇ ਤੁਹਾਡੇ ਬਿਜ਼ਨਸ, ਤੁਹਾਡੀ ਬਹੁਤ ਚੋਰੀਆਂ ਹੋਈਆਂ ਉਹਨਾਂ ਦੁਕਾਨਾਂ ਵਿੱਚ, ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਇਸ ਕਰਕੇ, ਬੜੇ ਬਿਜ਼ਨਸ ਬੰਦ ਹੋਏ ਹੈ। ਪੀਜ਼ਾ ਯਾ ਬਿਲਕੁਲ ਇਹੋ ਜਿਹਾ ਦੇਖੋ ਇਹੋ ਜਿਹੀ ਸਿਚੁਏਸ਼ਨ ਵਾਸਤੇ ਅਸੀਂ ਤੇ ਪੈਂਡੇਮਿਕ ਦੀ ਸਿਚੁਏਸ਼ਨ ਵਾਸਤੇ ਇਟ ਵਾਜ਼ ਸਮਥਿੰਗ ਵਿਚ ਕੇਮ ਅਪ ਟੂ ਹੋਲ ਵਰਲਡ ਲਾਈਕ ਅ ਸ਼ੌਕ। ਸੋ ਇਹ ਫॉर ऑल these things ਜਿਹੜੀ ਇਹੋ ਜਿਹੀ ਚੀਜ਼ਾਂ ਦੇ ਵਾਸਤੇ ਫੁੱਲ ਕਮਿਊਨਿਟੀ ਜਦ ਤੱਕ ਪੂਰਾ ਕਮਿਊਨਿਟੀ ਮਿਲ ਕੇ ਸਾਥ ਕਰਕੇ ਔਰ ਇਸ ਦੌਰਾਨ ਇਸ ਜਿਹੜਾ ਦੌਰ ਆਇਆ ਜਿਹੜਾ ਪੈਂਡੇਮਿਕ ਦਾ ਇਸ ਤੋਂ ਨਹੀਂ ਨਿਕਲੇਗੀ ਤੇ ਇਹ ਹੋਰ ਵਧਣਾ ਹੈਗਾ। ਮੈਂਟਲ ਇਸ਼ੂ ਤੇ ਮੈਂ ਤੁਹਾਨੂੰ ਦੱਸਾਂ ਰੋਜ਼ ਦੀਆਂ ਜਿੱਥੇ 150 ਕਾਲਸ ਆਉਂਦੀਆਂ ਸੀ ਅੱਜ ਕੱਲ੍ਹ 200 ਕਾਲਸ ਆ ਰਹੀਆਂ ਨੇ। ਐਂਡ ਅਦਰਵਾਈਜ਼ ਡੋਮੈਸਟਿਕ ਵਾਇਲੈਂਸ ਪੈਂਡੇਮਿਕ ਦੇ ਵਿੱਚ ਬਹੁਤ ਵਧਿਆ। ਬਿਲਕੁਲ I mean to say they are not used to then ਉਹ ਹੋ ਗਿਆ ਡਿਵੋਰਸ ਕੇਸਿਸ ਹੋ ਗਏ, ਤੁਹਾਡੇ ਕ੍ਰਾਈਮਸ ਹੋ ਗਏ, ਤੁਹਾਡਾ ਇਹ ਹੁਣ ਜਿਹੜਾ ਮੈਂ ਸੁਣਿਆ ਸੀਗਾ ਕਿ ਪ੍ਰੀਸਟ ਦੀ ਵਾਈਫ ਨੂੰ somebody shot and look at the system ਹਾਲੇ ਤੱਕ who is behind on that? Everything is so much I mean to say then what's the security? ਕਿਸੇ ਨੂੰ ਕੀ ਪਤਾ ਕਿ ਉਹ ਗ੍ਰਾਹ ਚ ਖੜੀ ਹੈ। ਅੱਜ 22 ਸਾਲ ਦੇ ਮੈਨੂੰ 22 ਸਾਲ ਦੇ ਬੱਚੇ ਦੇ ਜਦੋਂ ਮਾਪਿਆਂ ਦਾ ਉਦੋਂ ਇੰਟਰਵਿਊ ਮੈਂ ਸੁਣਿਆ ਟੀਵੀ ਤੇ ਮੈਨੂੰ ਇੰਨਾ ਅਫਸੋਸ ਆਇਆ। ਉਹ ਕਹਿੰਦੇ ਅਸੀਂ ਇੰਡੀਆ ਤੋਂ ਇਸ ਕਰਕੇ ਆਪਣੇ ਇਕੱਲੇ ਬੱਚੇ ਨੂੰ ਉੱਥੇ ਭੇਜਿਆ ਸੀ ਕਿ ਸਾਡਾ ਬੱਚਾ ਸੇਫ ਹੈ ਤੇ ਕੈਨੇਡਾ ਵੀ ਸੇਫ ਨਹੀਂ ਹੈ। I mean to say that was a big thing which it pinched me being a Canadian। It pinched me कि where we are where are we giving the loops that we are not covering that our system is going deteriorating day by day। की रीज़न है कि अपना सिस्टम बिल्कुल घट बजाय पुलिस ਨਾਲ ਗੱਲ ਕਰਦੇ ਹਾਂ। ਪੁਲਿਸ ਕਹਿੰਦੀ ਕਿ we need more training, we need more policing, we need more funding। What's going on? You talk to mayor, I talk to Mr. Mayor, Mayor, they all the same। Yeah, we need more money, we need more funding। ਫੰਡਿੰਗ ਤਾਂ ਦੇਖੋ ਜੀ, ਫੰਡਿੰਗ ਦਾ ਤਾਂ ਹਲੇ ਤੁਸੀਂ ਕਰਵ ਕਰਨ ਦਾ ਸੋਚੋ, ਫੰਡਿੰਗ ਨਹੀਂ ਹਲੇ ਆਣੀ। ਜਦੋਂ ਤੁਹਾਡਾ ਮੈਂ ਤੁਹਾਨੂੰ ਦੱਸ ਰਹੀ ਹਾਂ ਜਦੋਂ ਵੈਨ ਕੈਨੇਡੀਅਨ ਇਕੋਨਮੀ ਇਜ਼ ਗੋਇੰਗ ਥਰੂ ਦ ਡੈਫਿਸਿਟ ਫॉर 2020-21 ਵਿਚ $343 ਬਿਲੀਅਨ ਦਾ ਡੈਫਿਸਿਟ ਆ ਰਿਹਾ ਹੈ ਤਾਂ ਉਸ ਨੂੰ ਤੁਸੀਂ ਡੀਲ ਕਰਨ ਵਾਸਤੇ ਤੁਸੀਂ ਯੂ ਨੀਡ ਅ ਫੰਡਿੰਗ ਨਾਓ। I don't think so you will get a fund। First is the COVID-19 situation। You have to tackle that situation and come out unless you are 100% out of it। People are sitting on $2,000। They have been abusing people are a community matlab I mean to say whole of the community of the Canadian community I'm talking, everybody who was not even eligible for $2,000 have taken a $2,000। solution ਇਹ ਹੈਗਾ ਕਿ this is going to come back। ਪ੍ਰੋਬਲਮ ਇਹ ਹੈ ਕਿ ਕਮਿਊਨਿਟੀ ਵਿੱਚ ਟੁਗੇਦਰ ਨਹੀਂ ਹੈ। ਇਹਦੇ ਜਿੰਨੇ ਕ੍ਰਾਈਮ ਹੁੰਦੇ ਨੇ ਅਸੀਂ ਨੇਬਰਹੁੱਡ ਦੇ ਨਾਲ ਗੱਲ ਕਰਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ, ਸਾਰਿਆਂ ਨੂੰ ਆਪੋ ਆਪਣਾ ਫਿਕਰ ਹੈ
people don't talk about the community. ਦੇਖੋ ਕਮਿਊਨਿਟੀ ਜਦੋਂ ਕ੍ਰਾਈਮ ਵੱਧਦਾ ਹੈਗਾ, ਹੁਣ ਤੁਸੀਂ ਆ ਜਿਹੜੇ ਦੋ ਵਾਪਰੇ ਹੈਗੇ, ਇੱਕ ਐਕਸੀਡੈਂਟ ਦੇਖ ਲਓ ਤੇ ਇੱਕ ਆ ਦੇਖ ਲਓ 22 ਇਅਰਸ ਦਾ ਜਿਹੜਾ 16 ਇਅਰਸ 올ਡ 16 teenagers are doing this, started doing this. So ਜਦੋਂ ਤੁਸੀਂ ਹਾਲੇ ਉਹ ਪ੍ਰੀਸ ਦੀ ਵਾਈਫ ਦਾ ਨਹੀਂ ਪਤਾ ਲੱਗਾ ਕਿੰਨੇ ਮਾਰਿਆ, ਜਦੋਂ ਟਾਰਗੇਟ ਜਿਹੜਾ ਵੀ ਕਰ ਰਿਹਾ ਡਰਗ ਗੈਂਗਸ ਕਰ ਰਹੇ ਜਾਂ ਕਰ ਰਹੇ ਓਕੇ, ਜਿਹੜੇ ਟਾਰਗੇਟ ਕਰ ਰਹੇ ਹੈ ਇਸ ਨੂੰ, what are the gangs are targeting, what type of people they are targeting, they are targeting young blood which are teenager. I mean ਤੁਸੀਂ ਜਦ ਵੀ ਤੁਸੀਂ ਟੈਰਰਿਜ਼ਮ, ਜਦੋਂ ਟੈਰਰਿਜ਼ਮ ਜਾਂ ਜਦੋਂ ਵੀ ਕੋਈ ਕ੍ਰਾਈਮ ਅਰਾਈਜ਼ ਹੁੰਦਾ ਹੈ, who are the targets are the people with a very simple mind, ਜਿਨ੍ਹਾਂ ਦਾ ਹਾਲੇ ਮਾਈਂਡ ਗਰੋ ਨਹੀਂ ਹੋਇਆ ਹੁੰਦਾ, ਉਹਨੂੰ ਟਾਰਗੇਟ ਕਰਕੇ ਉਹਨੂੰ ਉਹ ਲੋਕ ਜ਼ਰੀਆ ਬਣਾ ਕੇ ਯੂਜ਼ ਕਰਦੇ ਆ ਕ੍ਰਾਈਮ ਵਾਸਤੇ, ਚਾਹੇ ਤਾਂ ਉਹ ਡਰਗ ਪੈਡਲਰਸ ਹੈਗੇ, ਚਾਹੇ ਤੁਸੀਂ ਗੈਂਗਸ ਕਹਿ ਲਓ, ਕੁਛ ਵੀ ਕਹਿ ਲਓ, they target those people who are into like they are teenager, either they are in a need of money or they have a peer pressure, some sort of thing, they were not accepted by the society some way, like I mean to say they ਭਟਕੇ ਹੋਏ, ਹਾਂ ਭਟਕੇ ਹੋਏ ਲੋਕ ਜਿਹੜੇ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਸੋ ਭਟਕੇ ਹੋਏ ਲੋਕ ਕਿਵੇਂ ਭਟਕ ਜਾਂਦਾ ਇੱਕ ਬੱਚਾ, ਤੁਸੀਂ ਮੈਨੂੰ ਇੱਕ ਦੱਸੋ, ਜੇ ਘਰ ਦਾ ਇੱਕ ਬੱਚਾ ਹੈਗਾ ਕਿਵੇਂ ਭਟਕ ਜਾਂਦਾ ਹੈ, ਫੈਮਿਲੀ ਤੋਂ ਇੱਕ ਬੱਚਾ ਭਟਕਿਆ ਤੇ ਦੈਟ ਇਜ਼ ਅ ਕਮਿਊਨਿਟੀ। ਹਾਂ, ਕਿੰਨਾ ਕੁ ਟਾਈਮ ਅਸੀਂ ਦਿੱਤਾ, ਕਿੰਨਾ ਕੁ ਅਸੀਂ ਟਾਈਮ ਦਿੱਤਾ ਇੱਕ ਬੱਚੇ ਨੂੰ, ਕੋਈ ਦੇ ਰਿਹਾ ਮਾਪਿਆਂ ਵਿੱਚੋਂ ਇੱਕ ਬੰਦਾ ਵੀ 100% ਟਾਈਮ ਦੇ ਰਿਹਾ ਬੱਚੇ ਨੂੰ। ਜਦੋਂ ਤੁਸੀਂ ਬੱਚੇ ਕੋਲ ਇਹੀ ਨਹੀਂ ਪਤਾ ਕਿ ਬੱਚਾ ਜਦੋਂ ਘਰ ਆਉਂਦਾ ਉਹਨੂੰ ਇਹੀ ਨਹੀਂ ਪਤਾ ਕਿ ਮੈਂ ਜੋ ਕਿਸੇ ਨੇ ਵੀ ਉਹਨੂੰ ਮੰਨ ਲਓ ਉਹਨੂੰ ਭਟਕਾਇਆ, ਉਹਨੂੰ ਕਿਹਾ ਕਿ go this way is a right way and you will become very famous, so that kid comes to the home and don't have anybody to talk to, don't have anybody to say about himself or herself ਕਿ ਮੈਨੂੰ ਇਹ ਮੁਸ਼ਕਲਾਂ ਤੋਂ ਮੈਂ ਗੁਜ਼ਰ ਰਿਹਾ। ਤੇ ਉਸ ਦੌਰਾਨ ਵਿੱਚ ਤੁਸੀਂ what do you say, like how we can say that only a system is bad, we are the crime starts right from teenage, and ਉਹ ਟੀਨੇਜ ਬੱਚੇ ਟਾਰਗੇਟ ਕੀਤੇ ਜਾਂਦੇ ਜਿਹੜੇ ਕਿ ਵੀਕ ਹੁੰਦੇ ਹੈ, ਔਰ ਜਿਹੜੇ ਵੀਕ ਬੱਚੇ ਕਿਉਂ ਹੁੰਦੇ ਨੇ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ, ਉਹਦੇ ਵਾਸਤੇ ਪੂਰੀ ਫੈਮਿਲੀ, ਪੂਰੀ ਤੁਹਾਡੇ ਕਹਿੰਦੇ ਸਕੂਲਿੰਗਸ ਦੇ ਆਪਸ ਜਿਹੜਾ ਐਟਮੋਸਫੀਅਰ ਹੈ, ਜਿਹੜੇ ਕਿਡਸ ਹੈਗੇ ਜਿਹੜੇ ਬੁਲੀ ਕਰਦੇ ਨੇ ਬੱਚਿਆਂ ਨੂੰ, ਉੱਥੋਂ ਦੀ ਸ਼ੁਰੂ ਹੋ ਕੇ ਕ੍ਰਾਈਮ ਫਿਰ ਵੱਧਦਾ ਹੈਗਾ। ਸੋ ਹੁਣ ਜੇ 16 ਇਅਰਸ 올ਡ ਬੱਚੇ ਨੂੰ ਪੈਸੇ ਪਿੱਛੇ ਕਿਸੇ ਨੂੰ ਚਾਕੂ ਨਾਲ ਮਾਰਨਾ ਪੈ ਰਿਹਾ ਹੈ, ਉਹਨੂੰ ਇਹੀ ਨਹੀਂ ਪਤਾ ਕਿ ਉਹਦਾ ਆਊਟਕਮ ਕੀ ਹੋਣਾ ਹੈ, ਕਿ ਉਹਨੂੰ ਅੱਜ ਪੈਸਾ ਇਹ ਮਿਲ ਜਾਏਗਾ ਤੇ ਉਹ ਬਾਹਰ ਨਿਕਲੇਗਾ, ਉਹਨੂੰ ਪਤਾ ਹੈ ਕ੍ਰਾਈਮ ਕੀ ਹੈ, ਹੀ ਡਜ਼ਨਟ ਨੋ। ਇੱਕ 16 ਇਅਰਸ ਦੇ ਬੱਚੇ ਨੂੰ ਇਹ ਪਤਾ ਹੋਏ ਕਿ ਹੀ ਵਿਲ ਬੀ ਬਿਹਾਈਂਡ ਦ ਬਾਰ, ਹੀ ਵਾਸ ਦੈਟ ਮਚ, he had that much of knowledge about it, he will never do such things. The community is not properly educating the kids, and there are not many programs which are there to provide a better living for the young generation. So I think so that's the reason. Ramjan ji, thank you so much. ਅੱਜ ਆਪਾਂ ਕੀਤੀ ਗੱਲ ਸਿਰਫ ਕ੍ਰਾਈਮ ਤੇ, ਤੁਸੀਂ 2 ਵੀਕ ਬਾਅਦ ਹਾਈਲਾਈਟ ਹੋ ਜਾ ਕਰੋ ਤਾਂ ਕਿ ਆਪਾਂ ਕਿਸੇ ਹੋਰ ਇਸ਼ੂ ਦੇ ਉੱਤੇ, ਕਿਉਂਕਿ ਕਮਿਊਨਿਟੀ ਦੇ ਵਿੱਚ ਬੜੀਆਂ ਪ੍ਰੋਬਲਮਸ ਨੇ। ਬਿਲਕੁਲ, ਜੇ 1 ਇਫ ਯੂ ਟਾਕ ਅਬਾਊਟ them, ਕੁਛ ਨਾ ਕੁਛ ਤਾਂ ਬੰਦਾ ਸਿੱਖੇ। ਬਿਲਕੁਲ ਜੀ, ਬਿਲਕੁਲ ਕੋਸ਼ਿਸ਼ ਕਰਿਆ ਕਰੋ ਕਿ ਸਾਡੇ ਨਾਲ ਗੱਲਬਾਤ ਕਰੋ। ਬਿਲਕੁਲ ਜੀ, ਥੈਂਕ ਯੂ ਸੋ ਮਚ, ਯੂ ਡੂਇੰਗ ਸਚ ਅ ਨਾਈਸ ਵਰਕ। ਵੀ ਆਲਵੇਜ਼ ਸੀ ਯੂ ਔਨ ਦ ਟੈਲੀਵਿਜ਼ਨ, ਔਰ ਮੈਨੂੰ ਬੜਾ ਪ੍ਰਾਊਡ ਹੁੰਦਾ ਹੈਗਾ ਦੇਖ ਕੇ, ਐਂਡ ਬੜਾ ਹੀ ਮਾਣ ਮਹਿਸੂਸ ਕਰਦੇ ਆ ਜਦੋਂ ਆਪਣਾ ਕੋਈ ਕਮਿਊਨਿਟੀ ਦਾ ਕੋਈ ਵੀ ਬੰਦਾ ਜਿਹੜਾ ਹੈਗਾ ਇਹਨਾਂ ਨੇਕ ਕੰਮ ਕਰਦਾ ਹੈ। So we are always so much proud of you and what the work you all are doing. Thank you so much. Thank you so much.